बाणी गुरु गुरु है बाणी 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 बाबा 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 मन्मतवार नाम रस पीवे मन्मतवार नाम रस पीवे बाबा 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 Baba Baba Oh Baba 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 Baba
Baba, 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 ga gare ga ma gare ga sa ga tare ma pa ma gare sa sa ga gare ma pa ma gare sa da pa ma gare sa ni da pa ma gare sa sa re ga ma pa da ni sa ni da pa ma ga Baba, 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 oh Baba, oh Baba, 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 बाबा मन मतवारो नाम रस पीवे सहज रंग रच रहे। गुरु जी परथर योगी नु
ਭਰਤਰੀ ਯੋਗੀ ਨੂੰ ਆਖਦੇ ਹਨ ਬਾਬਾ, ਕਿਉਂਕਿ ਭਰਤਰੀ ਯੋਗੀ ਉਮਰ 'ਚ ਵੱਡਾ ਸੀ, ਇਸ ਕਰਕੇ ਗੁਰੂ ਮਹਾਰਾਜ ਉਸ ਨੂੰ ਬਾਬਾ ਕਹਿ ਕੇ ਬੁਲਾਉਂਦੇ ਭਰਤਰੀ ਯੋਗੀ ਨੂੰ। ਕਹਿੰਦੇ ਇਹ ਭਰਤਰੀ ਯੋਗੀ, ਇਹ ਬਾਬਾ, ਮਨ ਮਤਵਾਰੋ, ਮੇਰਾ ਮਨ ਵੀ ਕੋਈ ਘੱਟ ਮਤਵਾਲਾ ਨਹੀਂ ਹੈ, ਮੇਰੇ ਮਨ ਨੂੰ ਵੀ ਕੋਈ ਘੱਟ ਚੜੀ ਹੋਈ ਨਹੀਂ ਹੈ, ਮੇਰਾ ਮਨ ਵੀ ਨਸ਼ੇ ਵਿੱਚ ਚੂਰ ਹੈ, ਮੇਰਾ ਮਨ ਵੀ ਨਸ਼ੇ ਦੇ ਵਿੱਚ ਮਤਵਾਲਾ ਹੋਇਆ ਪਿਆ ਹੈ। ਪਰੰਤੂ ਮੇਰੀ ਸ਼ਰਾਬ ਕੀ ਹੈ? ਨਾਮ ਰਸ ਪੀਵੇ। ਉਹ ਪ੍ਰਮਾਤਮਾ ਇਤਨਾ ਵੱਡਾ ਹੈ, इतना बेहिसाब वो ਵੱਡਾ ਹੈ, ਜਿਸ ਦੀ ਵਡਿਆਈ ਦਾ ਅਗਰ ਉਸ ਦੀ ਵਡਿਆਈ ਦੇ ਮਤਲਬ ਕੁਝ ਲਿਖਣਾ चाहिए ਕਿਤਨਾ ਕੁ ਵੱਡਾ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਕਬੀਰ ਸਾਤ ਸਮੁੰਦਰ ਮਸ ਕਰੋ। ਕਹਿੰਦੇ ਸੱਤੇ ਦੇ ਸੱਤੇ ਸਮੁੰਦਰ ਜਿਹੜੇ ਹਨ ਉਹਨਾਂ ਨੂੰ ਐਜ਼ ਏ ਸਿਆਹੀ ਯੂਜ਼ ਕਰਾਂ। ਸਾਤ ਸਮੁੰਦਰ ਮਸ ਕਰੋ, ਸੱਤ ਸਮੁੰਦਰਾਂ ਦੀ ਬਣ ਜਾਏ ਸਿਆਹੀ। ਕਲਮ ਕਰੋ ਬਨ ਰਾਏ। ਇਹ ਜਿਤਨੀ ਬਨਸਪਤੀ ਹੈ, ਬਹੁਤ ਲੰਬੇ ਲੰਬੇ ਉੱਚੇ ਪੇੜ, ਇਹ ਸਾਰੇ ਹੀ ਬਣ ਜਾਣ ਕਲਮਾਂ ਲਿਖਣ ਦੇ ਵਾਸਤੇ। ਐਡੀਆਂ ਵੱਡੀਆਂ ਔਰ ਇਤਨੀਆਂ, ਯਾਨੀ ਜਿਤਨੀ ਵੀ ਪਲਾਂਟੇਸ਼ਨ ਹੈ ਸਾਰੀਆਂ ਕਲਮਾਂ ਬਣ ਜਾਣ, ਸਾਰੇ ਸਮੁੰਦਰ ਸਿਆਹੀ ਬਣ ਜਾਣ, ਲਿਖਣ ਦੇ ਲਈ ਕਾਗਜ਼। ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜੋ ਕਰੋ। ਸਾਰੀ ਦੀ ਸਾਰੀ ਧਰਤੀ ਜਿਹੜੀ ਹੈ ਉਹ ਮੇਰੇ ਲਈ ਹੋਵੇ ਕਾਗਜ਼ ਦੇ ਤੌਰ ਤੇ ਲਿਖਣ ਲਈ, ਤਾਂ ਵੀ ਹਰ ਜਸ ਲਿਖਣ ਨਾ ਜਾਏ, ਉਸ ਦਾ ਜਸ ਨਹੀਂ ਲਿਖਿਆ ਜਾ ਸਕਦਾ। ਜੋ ਇਤਨਾ ਵੱਡਾ ਹੈ, ਉਸ ਦੇ ਅਨੁਭਵ ਦੇ ਵਿੱਚੋਂ, ਉਸ ਦਾ ਜੋ ਇਤਨਾ ਮਹਾਨ, ਇਤਨਾ ਬੇਅੰਤ ਹੈ, ਉਸ ਦਾ ਐਕਸਪੀਰੀਅੰਸ ਕਿਤਨਾ ਪ੍ਰੋਫਾਊਂਡ ਹੋਏਗਾ। ਕਹਿੰਦੇ ਉਹ ਐਕਸਪੀਰੀਅੰਸ ਜੋ ਹੈ ਉਸ ਦਾ, ਉਸ ਦੇ ਵਿੱਚੋਂ ਜੋ ਸਵਾਦ ਆ ਰਿਹਾ ਹੈ, ਉਸ ਨੂੰ ਕਿਹਾ ਹੈ ਨਾਮ ਰਸ। ਨਾਮ ਰਸ ਦਾ ਭਾਵ ਜਿਸ ਨੂੰ ਵਾਹਿਗੁਰੂ ਦੀ ਰਿਅਲਾਈਜੇਸ਼ਨ ਹੋ ਜਾਏ, ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਉਹ ਮਿਸਟਰੀ ਜਿਹੜੀ ਹੈ, ਉਹ ਬੇਅੰਤਤਾ ਜਿਹੜੀ ਹੈ, ਉਹ ਉਸ ਦਾ ਕੋਈ ਅੰਤ ਹੀ ਨਹੀਂ ਹੈ। ਔਰ ਉਸ ਬੇਅੰਤਤਾ ਦੇ ਵਿੱਚ ਇਨਸਾਨ ਜੋ ਭਾਗਾਂ ਵਾਲਾ ਹੈ, ਜਿਸ ਨੂੰ ਉਹਦਾ ਅਨੁਭਵ ਹੋ ਜਾਏ, ਉਸ ਦੀ ਬੇਅੰਤਤਾ ਦੇ ਜੋ ਵੰਡਰਸ ਹਨ, ਉਹਨਾਂ ਵੰਡਰਸ ਦੇ ਵਿੱਚ ਉਹ ਖੋਣਾ ਸ਼ੁਰੂ ਹੋ ਜਾਂਦਾ ਹੈ। ਬਸ ਸੰਸਾਰ ਨੂੰ ਸਿਰਫ ਉਸ ਦਾ ਅਨੁਭਵ ਹੀ ਨਹੀਂ ਹੈ। ਅਨੁਭਵ ਹੋਵੇ ਤੇ ਰਸ ਵੀ ਹੋਵੇ। ਅਨੁਭਵ ਨਾ ਹੋਣ ਦੇ ਕਾਰਨ ਕੋਈ ਰਸ ਨਹੀਂ ਹੈ, ਰਸ ਨਾ ਹੋਣ ਦੇ ਕਾਰਨ ਉਸ ਦਾ ਕੋਈ ਨਸ਼ਾ ਨਹੀਂ ਹੈ। ਬਾਬਾ ਮਨ ਮਤਵਾਰੋ, ਗੁਰੂ ਜੀ ਕਹਿੰਦੇ ਹਨ, ਐ ਯੋਗੀ ਮੇਰਾ ਮਨ ਮਤਵਾਰੋ, ਮਤਵਾਲਾ ਹੋਇਆ ਪਿਆ ਹੈ, ਨਾਮ ਰਸ ਪੀਵੇ ਅਤੇ ਉਸ ਜੋ ਅਸੀਮ ਹੈ, ਅਗੰਮ ਹੈ, ਅਥਾਹ ਹੈ, ਅਗੋਚਰ ਹੈ, ਬੇਅੰਤ ਹੈ, ਕਹਿੰਦੇ ਉਸ ਬੇਅੰਤ ਦੇ ਅਨੁਭਵ ਦੇ ਜੋ ਕ੍ਰਿਸ਼ਮੇ ਹਨ, ਉਸ ਦੀਆਂ ਜੋ ਲੀਲਾਵਾਂ ਹਨ, ਉਸ ਦੇ ਜੋ ਰੰਗ ਹਨ, ਉਸ ਦੇ ਜੋ ਕੌਤਕ ਹਨ, ਉਸ ਦੇ ਜੋ ਚੋਜ ਹਨ, ਉਹ ਜਦੋਂ ਮੈਂ ਤੱਕਦਾ ਹਾਂ, ਉਹ ਮੇਰੇ ਧਿਆਨ 'ਚ ਆਉਂਦੇ ਹਨ, ਤਾਂ ਮੈਂ ਉਸ ਦੇ ਵਿਸਮਾਦ ਦੇ ਵਿੱਚ ਖੋ ਜਾਂਦਾ ਹਾਂ।
ਕਹਿੰਦੇ ਇਹ ਹੈ ਮੇਰੀ ਸ਼ਰਾਬ। ਹੁਣ ਇਸ ਤੇ ਦਾਸ ਦੀ ਕੋਸ਼ਿਸ਼ ਹੈ ਜਲਦੀ ਨਾ ਕੀਤੀ ਜਾਏ। ਵਿਚਾਰ ਇਹ ਅਰਜ਼ ਕੀਤੀ ਜਾ ਰਹੀ ਹੈ ਕਿ ਉਸ ਦੀਆਂ ਖੂਬੀਆਂ, ਉਸ ਦੀ ਬੇਅੰਤਤਾ, ਉਸ ਦੇ ਕ੍ਰਿਸ਼ਮੇ, ਉਸ ਦੀਆਂ ਲੀਲਾਵਾਂ, ਉਸ ਦੇ ਕਰਨੇ, ਜਿਸ ਨੂੰ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਣ, ਅਨੁਭਵ ਹੋਣੇ ਸ਼ੁਰੂ ਹੋ ਜਾਣ, ਜਾਂ ਖਿਆਲ ਚ ਆਉਣੇ ਸ਼ੁਰੂ ਹੋ ਜਾਣ, ਨੋਟਿਸ ਚ ਆਉਣੇ ਸ਼ੁਰੂ ਹੋ ਜਾਣ, that is what is called ਗਿਆਨ। ਕਿ ਕਿਸੇ ਚੀਜ਼ ਦਾ ਐਕਸਪੀਰੀਅੰਸ ਹੋ ਰਿਹਾ ਹੈ, ਕਿਸੇ ਚੀਜ਼ ਦਾ ਅਨੁਭਵ ਹੋ ਰਿਹਾ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਨੁਭਵਾਂ ਦੇ ਵਿੱਚੋਂ ਇੱਕ ਸ਼ਬਦ ਸੁਣਨ ਵਾਲਾ ਹੈ ਕਿ ਉਹ ਕੀ ਕੀ ਅਨੁਭਵ ਕਰਦੇ ਹਨ। ਸਾਡੀਆਂ ਜ਼ਿੰਦਗੀਆਂ ਨਾ ਸਾਡੀਆਂ ਅੱਖੀਆਂ ਅੱਛੀ ਤਰ੍ਹਾਂ ਦੇਖਦੀਆਂ ਹਨ, ਨਾ ਕੰਨ ਸਾਡੇ ਸੁਣਦੇ ਹਨ। ਅਸੀਂ ਤਾਂ ਸੈਂਸ ਹੀ ਨਹੀਂ ਨਾ ਕਰਦੇ, ਕਿਉਂਕਿ ਮਾਈਂਡ ਬਹੁਤ ਜ਼ਿਆਦਾ ਆਕੂਪਾਈਡ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਇਹ ਵੀ ਸਾਡੇ ਲਈ ਰੂਟੀਨ ਬਣ ਚੁੱਕਾ ਹੈ, ਜਿਹੜਾ ਸਾਰਾ ਹੀ ਸ਼ਬਦ ਵਿਸਮਾਦ ਨਾਲ ਭਰਿਆ ਪਿਆ ਹੈ। ਜਿਹੜਾ ਸਾਰਾ ਸ਼ਬਦ ਉਹਨਾਂ ਨੇ ਆਊਟ ਆਫ ਵਿਸਮਾਦ ਉਚਾਰਿਆ ਹੈ, ਅਸੀਂ ਉਸ ਨੂੰ ਰੋਜ਼ ਸੁਣਦੇ ਹਾਂ ਵਿਦਆਊਟ ਵਿਸਮਾਦ। ਅਸੀਂ ਉਸ ਨੂੰ ਸੁਣਦੇ ਹਾਂ ਵਿਸਮਾਦ 'ਚ ਜਾਣ ਤੋਂ ਬਿਨਾਂ, ਵਿਸਮਾਦ ਮਹਿਸੂਸ ਕੀਤੇ ਤੋਂ ਬਿਨਾਂ ਅਸੀਂ ਉਸ ਨੂੰ ਸੁਣਦੇ ਹਾਂ। ਲੇਕਿਨ ਗੁਰੂ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਉਚਾਰਿਆ ਤਾਂ ਉਹ ਵਿਸਮਾਦ 'ਚ ਲੀਨ ਹੋ ਕੇ, ਵਿਸਮਾਦ 'ਚ ਲੀਨ ਹੋ ਕੇ ਫਿਰ ਇੱਕ ਇੱਕ ਚੀਜ਼ ਨੂੰ, ਇੱਕ ਇੱਕ ਵਸਤੂ ਨੂੰ ਉਹਨਾਂ ਨੇ ਵਿਸਮਾਦ ਦੇ ਵਿੱਚ ਗਿਣਿਆ ਹੈ। ਵਿਸਮਾਦ ਨਾਦ, ਪਹਿਲੀ ਹੀ ਗੱਲ, ਨਾਦ। ਨਾਦ ਮੈਨੇ ਸਾਊਂਡ। ਅਸੀਂ ਜਿਤਨੇ ਵੀ ਸੁਣ ਰਹੇ ਹਾਂ, ਦੁਨੀਆ ਭਰ ਜਿਤਨੀ ਆਡੀਅੰਸ ਇਸ ਕੀਰਤਨ ਨੂੰ ਸੁਣ ਰਹੀ ਹੈ, ਪਹਿਲਾਂ ਹੀ ਗੁਰੂ ਜੀ ਉਸ ਅਨੁਭਵ ਦੇ ਵਿੱਚ ਵਿਸਮਾਦ ਚਲੇ ਜਾਂਦੇ ਨੇ। ਵਿਸਮਾਦ ਚਲੇ ਜਾਣਾ ਵੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਸ਼ਰਾਬ ਪੀ ਕੇ ਕੋਈ ਗੁੜਚ ਹੋ ਜਾਏ, ਖੋ ਜਾਏ, ਨਾ ਉਸ ਨੂੰ ਸੁਧ ਰਹੇ ਨਾ ਬੁੱਧ ਰਹੇ, ਨੇੜੇ ਕੌਣ ਹੈ, ਕੀ ਕਰ ਰਿਹਾ ਹੈ, ਕੌਣ ਆ ਰਿਹਾ, ਕੌਣ ਜਾ ਰਿਹਾ, ਕੀ ਬੋਲ ਰਿਹਾ, ਉਸਨੇ ਕੀ ਕਿਹਾ ਸੀ, ਉਸ ਦੀ ਕੋਈ ਖਬਰ ਨਾ ਰਹਿ ਜਾਏ। ਤੇ ਵਿਸਮਾਦ ਵੀ ਐਸੀ ਹੀ ਅਵਸਥਾ ਹੈ ਜਿੱਥੇ ਅਕਲ ਦੰਗ ਹੋ ਜਾਏ। ਪਰੰਤੂ ਇੱਥੇ ਫਰਕ ਹੈ, ਇੱਥੇ ਸਚੇਤਨ ਹੋ ਕੇ ਕੁਝ ਅਨੁਭਵ ਕੀਤਾ ਜਾਂਦਾ ਹੈ। ਸ਼ਰਾਬ ਦੇ ਵਿੱਚ ਗੁੜਚ ਹੋ ਕੇ ਜੋ ਹੈ ਉਹ ਚੇਤਨਤਾ, ਜਾਗਰੂਕਤਾ ਉਹ ਖੋ ਦਿੱਤੀ ਜਾਂਦੀ ਹੈ। ਇਹ ਡਿਫਰੈਂਸ। ਵਿਸਮਾਦ ਨਾਦ ਕਹਿੰਦੇ, ਨਾਦ ਸਾਊਂਡ। ਹੁਣ ਅੰਦਾਜ਼ਾ ਲਗਾਓ ਇਸ ਵਾਹਿਗੁਰੂ ਦੀ ਰਚਨਾ ਦੇ ਵਿੱਚ ਕਿਤਨੀ ਕਿਸਮ ਦੀ ਸਾਊਂਡ ਦੀ ਵੈਰਾਈਟੀ ਹੈ। ਅਗਰ ਇਸ ਧਰਤੀ ਉੱਤੇ ਸ਼ਾਇਦ 6-7 ਬਿਲੀਅਨ ਲੋਕ ਹੋਣਗੇ, ਅਗਰ 6-7 ਬਿਲੀਅਨ ਹਿਊਮਨਸ ਹਨ ਤਾਂ ਇਤਨੇ ਬਿਲੀਅਨਸ ਦੇ ਵਿੱਚੋਂ ਕਿਸੇ ਇੱਕ ਦੀ ਵੀ ਆਵਾਜ਼ ਦੂਸਰੇ ਦੇ ਨਾਲ ਨਹੀਂ ਮਿਲੇਗੀ। ਨਾਦ, ਸਾਊਂਡ, ਕਿਸੇ ਇੱਕ ਦੀ ਵੀ ਆਵਾਜ਼ ਦੂਸਰੇ ਦੇ ਨਾਲ ਨਹੀਂ ਮਿਲੇਗੀ। ਪਿਚ ਨਹੀਂ ਮਿਲੇਗੀ, ਟੋਨ ਨਹੀਂ ਮਿਲੇਗੀ, ਆਵਾਜ਼ ਦੇ ਇਫੈਕਟਸ ਜਿਹੜੇ ਹਨ ਉਹ ਅਲੱਗ-ਅਲੱਗ ਹੋਣਗੇ। ਯਾਨੀ ਮੈਂ ਹਿਊਮਨਸ ਦੀ ਜੋ ਜਿਤਨੀ ਪਾਪੂਲੇਸ਼ਨ ਸੁਣੀ ਜਾਂਦੀ ਹੈ ਕਿ ਇਤਨੀ ਕੁ ਹੈ, ਕੁਛ ਇੱਕ ਬਿਲੀਅਨਸ, ਉਹਨਾਂ ਦੇ ਵਿੱਚੋਂ ਇੱਕ ਨਹੀਂ ਹੋਏਗਾ ਜਿਸ ਦੀ ਆਵਾਜ਼ ਸਾਊਂਡ ਦੂਸਰੇ ਨਾਲ ਮਿਲਦੀ ਹੋਵੇ। ਇਹ ਹੈ ਨਾਦ, ਦਾ ਫਿਨੋਮੀਨਨ ਆਫ ਨਾਦ। ਫਿਰ ਕਿਤਨੇ ਕਿਸਮ ਦੇ ਪਸ਼ੂ ਹਨ, ਉਹਨਾਂ ਦੀ ਅਸੀਂ ਗਿਣਤੀ ਕਰ ਹੀ ਨਹੀਂ ਸਕਦੇ। ਪਰੰਤੂ ਐਸਾ ਨਹੀਂ ਕਿ ਕਿਸੇ ਪਸ਼ੂ ਦੀ ਦੂਸਰੇ ਪਸ਼ੂ ਨਾਲ ਆਵਾਜ਼ ਮਿਲਦੀ ਹੋਵੇ, ਜਾਂ ਹਾਥੀ ਦੀ ਸ਼ੇਰ ਨਾਲ ਮਿਲਦੀ ਹੋਵੇ, ਸ਼ੇਰ ਦੀ ਗਿੱਦੜ ਨਾਲ ਮਿਲਦੀ ਹੋਵੇ, ਗਿੱਦੜ ਦੀ ਘੋੜੇ ਨਾਲ ਮਿਲਦੀ ਹੋਵੇ, ਘੋੜੇ ਦੀ ਮੱਝ ਨਾਲ ਮਿਲਦੀ ਹੋਵੇ।
ਦੂਰ ਦੀਆਂ ਗੱਲਾਂ ਹਨ। ਮੱਝ ਦੀ ਮੱਝ ਨਾਲ ਨਹੀਂ ਮਿਲ ਸਕਦੀ। ਹਰ ਕੁੱਤਾ ਭੌਂਕਦਾ ਹੈ, ਉਸ ਦੀ ਆਵਾਜ਼ ਅਲੱਗ ਹੈ ਦੂਸਰੇ ਕੁੱਤੇ ਨਾਲ। ਅਗਰ ਇਸੇ ਤਰ੍ਹਾਂ ਅਸੀਂ ਜਾਂਦੇ ਜਾਈਏ, ਕੀੜੇ ਮਕੌੜਿਆਂ ਦੀ ਆਵਾਜ਼ ਅਲੱਗ ਹੈ, ਮੱਛਲੀਆਂ ਦੀ ਆਵਾਜ਼ ਅਲੱਗ ਹੈ। ਕੋਈ ਕ੍ਰੀਚਰ ਐਸਾ ਨਹੀਂ ਜਿਸ ਦੀ ਆਵਾਜ਼ ਜਿਹੜੀ ਹੈ ਉਹ ਦੂਸਰੇ ਦੇ ਨਾਲ ਮਿਲਦੀ ਹੋਵੇ। ਸੋ ਸਾਊਂਡ ਦਾ ਇਹ ਫਿਨੋਮੀਨਨ ਹੈ। ਅਸੀਂ ਅਗਰ ਸੋਚੀਏ ਕਿ ਸਾਡੇ ਮਨ 'ਚ ਕਦੇ ਐਸਾ ਆਉਂਦਾ ਹੈ ਜਿਸ ਦਾ ਮਨ ਇਤਨਾ ਇਕਾਗਰ ਹੋ ਕੇ ਇਸ ਮੋਸਟ ਵੰਡਰਸ ਫਿਨੋਮੀਨਨ ਆਫ ਸਾਊਂਡ ਨੂੰ ਧਿਆਨ 'ਚ ਲਿਆਏਗਾ ਤਾਂ ਆਪਣੇ ਆਪ ਹੀ ਵਿਸਮਾਦ 'ਚ ਚਲ ਜਾਏਗਾ। ਵਿਸਮਾਦ ਨਾਦ ਸਿਰਫ ਇੱਕ ਦਾ ਹੀ ਜ਼ਿਕਰ ਕੀਤਾ ਹੈ। ਵਿਸਮਾਦ ਨਾਦ, ਵਿਸਮਾਦ ਵੇਦ। ਵੇਦ ਦਾ ਅਰਥ ਹੈ ਫਿਲਾਸਫੀਜ਼। ਹੁਣ ਸੰਸਾਰ 'ਚ ਕਿਤਨੀਆਂ ਫਿਲਾਸਫੀਜ਼ ਹਨ। ਲੱਖਾਂ ਦੀ ਕਰੋੜਾਂ ਦੀ ਤਾਦਾਦ ਦੇ ਵਿੱਚ ਲਾਇਬ੍ਰੇਰੀਜ਼ ਆਰ ਓਵਰਲੋਡਡ, ਓਵਰਫਲੋਇੰਗ ਵਿਦ ਦ ਬੁੱਕਸ। ਕਿਤਨੇ ਕਿਸਮ ਦੀ ਫਿਲਾਸਫੀ ਹੈ, ਕਿਤਨੇ ਕਿਸਮ ਦਾ ਗਿਆਨ ਹੈ, ਕਿਤਨੇ ਕਿਸਮ ਦੀਆਂ ਵਿਦਿਆਵਾਂ ਹਨ। ਗੁਰੂ ਜੀ ਜਦੋਂ ਐਸਾ ਸੋਚਦੇ ਹਨ ਤਾਂ ਵੀ ਇਹ ਅਸਚਰਜ ਹੋਣ ਵਾਲੀ ਗੱਲ ਹੈ। ਤੋ ਜਦੋਂ ਵੀ ਇਨਸਾਨ ਦੀ ਜ਼ਿੰਦਗੀ 'ਚ ਉਹ ਕਿਸੇ ਗੱਲ ਤੇ ਅਸਚਰਜ ਹੁੰਦਾ ਹੈ ਤਾਂ ਉਸ ਦੇ ਅੰਦਰ ਬ੍ਰੇਨ ਐਸੇ ਕੈਮੀਕਲ ਸਕ੍ਰੀਟ ਕਰਦਾ ਹੈ ਕਿ ਉਸ ਨੂੰ ਉਸ ਅਸਚਰਜਤਾ ਦੇ ਕਾਰਨ ਜੋ ਸਟੇਟ ਆਫ ਮਾਈਂਡ ਬਣਦੀ ਹੈ ਉਹ ਉਸ ਨੂੰ ਕੁਝ ਸਮੇਂ ਲਈ ਜੋ ਹੈ ਟ੍ਰੈਂਕੁਇਲਿਟੀ ਬਖਸ਼ਦੀ ਹੈ। ਜਦੋਂ ਵੀ ਕਿਸੇ ਗੱਲ ਦੇ ਕਾਰਨ ਸਾਨੂੰ ਅਸਚਰਜਤਾ ਹੋਏਗੀ, ਅਸਚਰਜਤਾ ਵਿਲ ਬ੍ਰਿੰਗ ਦ ਟ੍ਰੈਂਕੁਇਲਿਟੀਜ਼ ਇਫੈਕਟ। ਗੁਰੂ ਜੀ ਕਹਿੰਦੇ ਇਤਨੀ ਅਸਚਰਜਤਾ ਹੈ ਔਰ ਉਸ ਦੇ ਕਾਰਨ ਇਤਨੀ ਟ੍ਰੈਂਕੁਇਲਿਟੀ ਹੈ। ਉਸ ਟ੍ਰੈਂਕੁਇਲਿਟੀ ਨੂੰ ਕਹਿ ਰਹੇ ਹਨ ਕਿ ਵਾਹਿਗੁਰੂ ਦੀ ਯਾਦ 'ਚ ਕਿ ਇਹ ਤੇਰੀ ਬਣਾਈ ਹੋਈ ਹੈ ਔਰ ਤੂੰ ਕਿਵੇਂ ਬਣਾਈ, ਕਿਸ ਤਰ੍ਹਾਂ ਬਣਾਈ, ਕਿਉਂ ਬਣਾਈ, ਇਹ ਮਟੀਰੀਅਲ ਕਿੱਥੋਂ ਲਿਆਇਆ, ਇਸ ਦਾ ਡਿਜ਼ਾਈਨ ਕਿਵੇਂ ਕੀਤਾ, ਇਸ ਦੀ ਸੋਚ ਕਿੱਥੋਂ ਆਈ, ਇਸ ਦੀ ਕਲਾ ਕਿੱਥੋਂ ਆਈ। ਆ ਦੇਖਦੇ ਹੋ ਨਾ, ਹਿੰਦੁਸਤਾਨ ਦੇ ਮਹਾਨ ਧਨੰਤਰ ਵਿਦਵਾਨ ਅਜੇ ਪ੍ਰਸੰਨਾ ਜੀ ਫਲੂਟ ਵਜਾ ਰਹੇ ਹਨ। ਦੇਖਣ ਨੂੰ ਇੱਕ ਸਿਰਫ ਲੱਕੜੀ ਦਾ ਪੀਸ ਹੀ ਹੈ ਨਾ, ਲੱਕੜੀ ਦਾ ਪੀਸ ਹੈ, ਉਹਦੇ ਵਿੱਚ ਕੁਝ ਇੱਕ ਹੋਲਸ ਨੇ ਬਸ। ਪਰ ਜੋ ਪ੍ਰਸੰਨਾ ਜੀ ਇਸ ਦੇ ਵਿੱਚੋਂ ਸਾਊਂਡਸ, ਨਾਦ ਦਾ ਇਫੈਕਟ ਪ੍ਰੋਡਿਊਸ ਕਰਦੇ ਹਨ, ਉਸ ਦੇ ਲਈ ਲਫ਼ਜ਼ ਸਿਰਫ ਵਿਸਮਾਦ ਹੈ। ਇਸੇ ਤਰ੍ਹਾਂ ਸਿਤਾਰ ਹੈ, ਪੁਰਸ਼ੋਤਮ ਜੀ ਸਿਤਾਰ ਵਜਾ ਰਹੇ ਹਨ, प्रवेश तबला बजा रहा है, चमड़ा है, डेड स्किन है, डेड स्किन। इट्स हार्ड टू बिलीव कि एक मरे हुए पशु की जिहड़ी है चमड़ी उसनू किसी खास ढंग दे नाल उन्हें स्ट्रैच किया जाए फिर वो सुरज हो जाती है, सत्य दे सत्य सुरां दे सुर हो सकती है। तो भक्ति और ध्यान साधना की है। गुरु जी का मार्ग है सिफत सलाह दा, सिफती गंढ पवे दरबार। कहते सिफत दे नाल वाहिगुरु दे दरबार च गंढ पैंदी है। हुण सिफत किहदी करो? एक तां सिफत वो है जिस दे पिछे लड़ाई हुंदी है। पहलां तू सिफत करदा हुंदा सी, हुण तू करदा नहीं है। पहला तू सिफत करती हुंदी सी, हुण तू करदी नहीं है। फर्स्ट you used to admire me a lot. Now you don't even say a single word. I try my level best to please you, but now you don't like me anymore. You don't admire me anymore. एक तो सिफत वो है ना जिहड़ी कह के करवाई जाती और ना की जाए तो लड़ाई होती। परंतु एक सिफत है
ਜੇ ਤੁਸੀਂ ਨਾ ਵੀ ਕਰਨੀ ਚਾਹੋ ਤਾਂ ਉਹ ਵਸਤੂ ਨੇ ਤੁਹਾਡੇ ਅੰਦਰੋਂ ਲਫ਼ਜ਼ ਭਾਵੇਂ ਨਾ ਵੀ ਆਖੋ ਤਾਂ ਵੀ ਤੁਹਾਡੇ ਅੰਦਰੋਂ ਵਾਹ ਵਾਹ ਕਹਿਲਵਾ ਹੀ ਦੇਣੀ ਹੈ। ਹੁਣ ਕਿਸੇ ਨੂੰ ਸੰਗੀਤ ਦੀ ਸਮਝ ਹੋਵੇ ਨਾ ਹੋਵੇ, ਪਰੰਤੂ ਅਜੇ ਪ੍ਰਸੰਨਾ ਜੀ ਐਸੇ ਸੁਰ ਲਗਾ ਸਕਦੇ ਹਨ ਜੋ ਅਨਾੜੀ ਤੋਂ ਅਨਾੜੀ ਵੀ ਜੋ ਹੈ ਉਸ ਦੇ ਅਸਰ ਤੋਂ ਬਚੇਗਾ ਨਹੀਂ, ਪ੍ਰਭਾਵਿਤ ਹੋਏਗਾ। ਤੋ ਵਿਸਮਾਦ ਨਾਦ, ਵਿਸਮਾਦ ਵੇਦ, ਤੋ ਇਹ ਵਿਚਾਰ ਤੇ ਚਲਦੀ ਰਹੇਗੀ ਅਗਲੇ ਐਪੀਸੋਡ ਦੇ ਵਿੱਚ। ਬਾਬਾ 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 ਬਾਬਾ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਬਾਣੀ